ਸਤਿ ਸ਼੍ਰੀ ਅਕਾਲ ਜੀ। ਖਬਰ ਖਾਸ ਲੈ ਕੇ ਮੈਂ ਹਾਜ਼ਰ ਹਾਂ। ਮੈਂ ਹਾਂ ਤੁਹਾਡੇ ਨਾਲ ਨਰਿੰਦਰਪਾਲ ਸਿੰਘ। ਪੰਜਾਬ ਵਿੱਚ ਹਥਿਆਰਾਂ ਦੀ ਖੇਮ ਇੱਕ ਵਾਰ ਫਿਰ ਤੋਂ ਬਰਾਮਦ ਹੋਈ ਹੈ। ਹਥਿਆਰ ਵੀ ਅਜਿਹੇ ਜੋ ਵੱਡੀ ਤਬਾਹੀ ਮਚਾਉਣ ਵਿੱਚ ਸਮਰੱਥ ਹੋਣ ਅਤੇ ਖਾਸ ਗੱਲ ਇਹ ਕਿ ਸਾਰੇ ਹਥਿਆਰ ਪੰਜਾਬ ਵਿੱਚ ਆ ਰਹੇ ਨੇ ਸਰਹੱਦ ਪਾਰ ਤੋਂ, ਜਿਸ ਦਾ ਇੱਕ ਹੀ ਨਤੀਜਾ ਨਿਕਲ ਸਕਦਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਭਾਰਤ ਦੇ ਦੁਸ਼ਮਣ ਰੱਖੀ ਬੈਠੇ ਨੇ ਪੰਜਾਬ ਤੇ ਨਾਪਾਕ ਨਜ਼ਰ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਹਮੇਸ਼ਾ ਦੁਸ਼ਮਣਾਂ ਦੇ ਨਿਸ਼ਾਨੇ ਤੇ ਰਹਿੰਦਾ ਹੈ। ਕਦੇ ਨਸ਼ੇ ਦੇ ਜ਼ਰੀਏ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ ਤਾਂ ਕਦੇ ਹਥਿਆਰ ਭੇਜ ਕੇ, ਅਤੇ ਹਾਲ ਹੀ ਵਿੱਚ ਨਾਕਾਮ ਕੀਤੀਆਂ ਗਈਆਂ ਨੇ ਅਜਿਹੀਆਂ ਹੀ ਸਾਜ਼ਿਸ਼ਾਂ। ਸੋਮਵਾਰ ਨੂੰ ਜੰਡਿਆਲਾ ਗੁਰੂ ਵਿੱਚ ਮੁਕਾਬਲੇ ਦੌਰਾਨ ਕਾਬੂ ਕੀਤੇ ਗਏ 3 ਮੁਲਜ਼ਮ ਇਸ ਸਾਜ਼ਿਸ਼ ਦੀਆਂ ਕਈ ਪਰਤਾਂ ਖੋਲ੍ਹ ਸਕਦੇ ਨੇ। ਸਰਹੱਦ ਪਾਰ ਤੋਂ ਆਏ ਹਥਿਆਰ, ਦਹਿਸ਼ਤ ਫੈਲਾਉਣ ਦੀ ਸੀ ਸਾਜ਼ਿਸ਼। 10 ਦਿਨਾਂ ਦੇ ਵਿੱਚ 2 ਵੱਡੀਆਂ ਖੇਪਾਂ ਬਰਾਮਦ। ਪੰਜਾਬ ਉੱਤੇ ਪਾਕ ਦੀ ਨਾਪਾਕ ਨਜ਼ਰ। ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀਆਂ ਨਾਪਾਕ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ, ਜਿਸ ਦਾ ਸਬੂਤ ਨੇ ਹਾਲ ਹੀ ਦੇ ਦਿਨਾਂ ਦੇ ਵਿੱਚ ਬਰਾਮਦ ਕੀਤੇ ਗਏ ਉਹ ਹਥਿਆਰ, ਜੋ ਕਦੇ ਡਰੋਨ ਦੇ ਜ਼ਰੀਏ ਪਾਕਿਸਤਾਨ ਤੋਂ ਭੇਜੇ ਜਾਂਦੇ ਨੇ ਤਾਂ ਕਦੇ ਸਰਹੱਦ ਪਾਰ ਕਰਕੇ। ਤਸਵੀਰ ਦੇ ਵਿੱਚ ਨਜ਼ਰ ਆ ਰਹੇ ਹਥਿਆਰ ਵੀ ਪਾਕਿਸਤਾਨ ਤੋਂ ਹੀ ਆਏ ਨੇ, ਪਰ ਸਮਾਂ ਰਹਿੰਦਿਆਂ ਫਿਰੋਜ਼ਪੁਰ ਸੈਕਟਰ ਦੇ ਵਿੱਚ ਇਹਨਾਂ ਨੂੰ ਬਰਾਮਦ ਕਰ ਲਿਆ ਗਿਆ। 5 AK ਸੀਰੀਜ਼ ਦੀਆਂ ਰਾਈਫਲਾਂ, 10 ਮੈਗਜ਼ੀਨਸ, 200 ਰਾਉਂਡਸ, ਇੱਕ ਆਸਟਰੀਆ ਮੇਡ ਗਲੋਕ ਪਿਸਟਲ, 2 ਮੈਗਜ਼ੀਨ ਅਤੇ 20 ਰਾਉਂਡਸ। ਇਹ ਹਥਿਆਰ ਭਾਰਤ ਕਿਵੇਂ ਪਹੁੰਚਾਏ ਗਏ, ਕਿਸ ਨੇ ਇਹਨਾਂ ਦੀ ਡਿਲੀਵਰੀ ਲੈਣੀ ਸੀ, ਇਸ ਦੀ ਜਾਂਚ ਕਰ ਰਹੀ ਸੀ ਸਪੈਸ਼ਲ ਟਾਸਕ ਫੋਰਸ, ਜਿਸ ਨੇ ਹੁਣ BSF ਨਾਲ ਮਿਲ ਕੇ ਗ੍ਰਿਫਤਾਰ ਕੀਤੇ ਨੇ 3 ਮੁਲਜ਼ਮ। ਅੰਮ੍ਰਿਤਸਰ ਦੇ ਨਾਲ ਲੱਗਦੇ ਜੰਡਿਆਲਾ ਗੁਰੂ ਦੇ ਇਸੇ ਢਾਬੇ ਤੋਂ STF ਅਤੇ BSF ਨੇ ਇਨਕਾਊਂਟਰ ਦੌਰਾਨ ਇਹਨਾਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਦਕਿ 2-3 ਮੁਲਜ਼ਮ ਫਰਾਰ ਹੋਣ ਦੇ ਵਿੱਚ ਵੀ ਕਾਮਯਾਬ ਹੋ ਗਏ। ਸਾਨੂੰ ਜਿਹੜੇ ਵੈਪਨਸ ਰਿਕਵਰ ਹੋਏ ਸੀਗੇ, ਇਸੇ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਅੱਗੇ 3 ਵਿਅਕਤੀ ਜਿਹੜੇ ਨੋਮੀਨੇਟ ਹੋਏ ਸੀਗੇ, ਔਰ STF ਅੰਮ੍ਰਿਤਸਰ ਲੁਧਿਆਣਾ ਨੇ ਇਸੇ ਕਾਰਵਾਈ ਕਰਦਿਆਂ ਹੋਇਆ ਗੁਰਦਾਸਪੁਰੀਆ ਢਾਬਾ ਦੇ ਉੱਪਰ ਜੰਡਿਆਲਾ ਗੁਰੂ ਲਾਗੇ ਇਹ 3 ਵਿਅਕਤੀ ਫੜੇ ਨੇ, ਕਿਉਂਕਿ ਇਹ ਆਦਮੀ ਜਿਹੜੇ ਨੇ ਗੈਂਗਸਟਰਸ ਐਂਡ ਟੈਰਰਿਸਟ ਨਾਲ ਐਸੋਸੀਏਟਡ ਹੋਣ ਬਾਰੇ ਇਨਪੁਟ ਸੀਗੀ, ਜਿਸ ਕਰਕੇ ADGP STF ਸਰਦਾਰ ਹਰਪ੍ਰੀਤ ਸਿੰਘ ਸਿੱਧੂ ਔਰ IG ਸਾਹਿਬ STF ਸਰਦਾਰ ਬਲਕਾਰ ਸਿੰਘ ਸਿੱਧੂ ਤੇ ਅਸੀਂ ਜਿਹੜੀਆਂ ਆਪਰੇਸ਼ਨਲ ਟੀਮਸ ਬਣਾ ਕੇ ਇੱਥੇ ਅਸੀਂ ਡਿਪਲੋਏ ਹੋਏ ਸੀਗੇ। ਔਰ ਇਸ ਜਗ੍ਹਾ ਤੇ ਜਦੋਂ ਇਹ ਵਿਅਕਤੀਆਂ ਨਾਲ ਸਾਡਾ ਸਾਹਮਣਾ ਹੋਇਆ, ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ADGP ਸਰਦਾਰ ਹਰਪ੍ਰੀਤ ਸਿੰਘ ਸਿੱਧੂ ਸਾਹਿਬ ਤੇ ਸਿੱਧਾ ਫਾਇਰ ਕੀਤਾ, ਉਹਨਾਂ ਨੇ ਜਵਾਬੀ ਫਾਇਰ ਕੀਤਾ ਔਰ ਇਹਨਾਂ ਨੂੰ ਕਾਬੂ ਕੀਤਾ ਗਿਆ। ਫਿਲਹਾਲ ਤੱਕ ਦੀ ਜਾਂਚ ਦੇ ਮੁਤਾਬਕ ਫੜੇ ਗਏ ਮੁਲਜ਼ਮਾਂ ਦਾ ਪਹਿਲਾਂ ਵੀ ਲੰਬਾ ਅਪਰਾਧਿਕ ਰਿਕਾਰਡ ਰਿਹਾ। ਸੁਖਰਾਜ ਸਿੰਘ ਧਾਰਾ 307, 302 ਅਤੇ ਟ੍ਰਿਪਲ ਮਰਡਰ ਵਰਗੇ 5 ਕੇਸਾਂ 'ਚ ਨਾਮਜ਼ਦ ਸੀ ਅਤੇ ਭਗੌੜਾ ਵੀ ਕਰਾਰ ਦਿੱਤਾ ਜਾ ਚੁੱਕਿਆ ਸੀ। ਭੁਪਿੰਦਰ ਸਿੰਘ ਉੱਤੇ NDPS ਦੇ ਤਹਿਤ ਕਈ ਕੇਸ ਦਰਜ ਨੇ ਅਤੇ ਪੁਲਿਸ ਦੇ ਰਿਕਾਰਡ ਦੇ ਵਿੱਚ ਇਹ ਵੀ ਭਗੌੜਾ ਸੀ। ਰਾਜਪਾਲ ਉਰਫ ਰਾਜਾ ਦੇ ਕ੍ਰਿਮੀਨਲ ਰਿਕਾਰਡ ਦੀ ਅਜੇ ਜਾਂਚ ਜਾਰੀ ਹੈ। ਜੰਡਿਆਲਾ ਗੁਰੂ ਦੇ ਇਸ ਢਾਬੇ ਤੇ ਜਦੋਂ STF ਅਤੇ BSF ਦੀ ਟੀਮ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਤਾਂ ਇਹਨਾਂ ਵੱਲੋਂ STF ਦੇ ADGP ਹਰਪ੍ਰੀਤ ਸਿੱਧੂ ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਹਨਾਂ ਤੋਂ ਵੀ .30 ਬੋਰ ਦੇ 2 ਪਿਸਟਲ, 3 ਮੈਗਜ਼ੀਨ ਅਤੇ 64 ਰਾਉਂਡ ਬਰਾਮਦ ਹੋਏ ਨੇ। ਇਹਨਾਂ ਵਿਅਕਤੀਆਂ ਕੋਲੋਂ ਜਿਹੜੇ ਨੇ ਜੀ 2 ਪਿਸਟਲ ਜਿਹੜੇ ਨੇ .30 ਬੋਰ ਦੇ ਬਰਾਮਦ ਹੋਏ ਨੇ, ਔਰ ਇਹਨਾਂ ਕੋਲੋਂ ਨਾਲ ਜੀ 3 ਮੈਗਜ਼ੀਨ ਔਰ 64 ਰਾਉਂਡ ਬਰਾਮਦ ਹੋਏ ਨੇ। ਇਹਨਾਂ ਤੇ ਜਿਹੜਾ FIR ਰਜਿਸਟਰ ਕੀਤੀ ਗਈ ਹੈ, FIR ਰਜਿਸਟਰ ਕਰਕੇ ਉਹਦੀ ਤਫਤੀਸ਼ ਵੀ ਜਾਰੀ ਹੈ। ਇਹ ਇਹਨਾਂ ਵਾਸਤੇ ਸੀ ਜੀ, ਇਹਨਾਂ ਨੇ ਹੀ ਦੱਸਿਆ ਹੈ ਕਿ ਇਹਨਾਂ ਨੇ ਮੰਗਵਾਈਆਂ ਸੀਗੀਆਂ, ਠੀਕ ਹੈ ਜੀ। ਇਸ ਕਰਕੇ ਇਹਨਾਂ ਬੰਦਿਆਂ ਨਾਲ ਹੀ ਉਹ ਸਾਰੀ ਰਿਕਵਰੀ ਜਿਹੜੀ ਹੈ। AK-74 ਵਰਗੀਆਂ ਰਾਈਫਲਾਂ ਅਤੇ ਭਾਰੀ ਮਾਤਰਾ ਦੇ ਵਿੱਚ ਗੋਲੀਆਂ ਦੀ ਬਰਾਮਦਗੀ ਭਾਰਤ ਦੇ ਲਿਹਾਜ਼ ਨਾਲ ਭਾਵੇਂ ਹੀ ਵੱਡੀ ਕਾਮਯਾਬੀ ਹੈ, ਪਰ ਨਾਲ ਹੀ ਇਹ ਸਰਹੱਦ ਪਾਰ ਬੈਠੇ ਦੁਸ਼ਮਣਾਂ ਦੀ ਸਾਜ਼ਿਸ਼ ਨੂੰ ਵੀ ਬੇਨਕਾਬ ਕਰਨ ਵਾਲੀ ਹੈ। ਇਹਨਾਂ ਹਥਿਆਰਾਂ ਦੇ ਨਾਲ ਪੰਜਾਬ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਜਾਣੀ ਸੀ, ਇਸ ਦਾ ਅੰਦਾਜ਼ਾ ਇਹਨਾਂ ਦੀ ਤਾਦਾਦ ਵੇਖ ਕੇ ਲਗਾਇਆ ਜਾ ਸਕਦਾ ਹੈ। ਤੇ ਖਾਸ ਤੌਰ ਤੇ ਅੰਮ੍ਰਿਤਸਰ ਤੇ ਉਸ ਦੇ ਨੇੜਲੇ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀਆਂ ਅਜਿਹੀਆਂ ਬਰਾਮਦਗੀਆਂ ਇਹ ਵੀ ਜ਼ਾਹਰ ਕਰਦੀਆਂ ਨੇ ਕਿ ਪਾਕ ਦੀ ਹੈ ਪੰਜਾਬ ਤੇ ਨਾਪਾਕ ਨਜ਼ਰ। ਮਰਿੰਦਰ ਸਿੰਘ ਮੋਗਾ, PTC ਨਿਊਜ਼, ਅੰਮ੍ਰਿਤਸਰ।
ਐਸਟੀਐਫ ਨੇ ਦਾਅਵਾ ਕੀਤਾ ਕਿ ਫਿਰੋਜ਼ਪੁਰ ਵਿੱਚ ਬਰਾਮਦ ਕੀਤੇ ਗਏ ਹਥਿਆਰ ਉਹਨਾਂ ਮੁਲਜ਼ਮਾਂ ਵੱਲੋਂ ਹੀ ਵਰਤੇ ਜਾਣੇ ਸਨ ਜਿਨ੍ਹਾਂ ਨੂੰ ਜੰਡਿਆਲਾ ਗੁਰੂ ਤੋਂ ਕਾਬੂ ਕੀਤਾ ਗਿਆ। ਇਸ ਆਪਰੇਸ਼ਨ ਦਾ ਹਿੱਸਾ ਰਹੇ ਏਆਈਜੀ ਸਨੇਹਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਮਨਿੰਦਰ ਮੋਂਗਾ ਨੇ। ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕਰਕੇ ਐਸਟੀਐਫ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਔਰ ਇਸ ਸਾਰੇ ਮਾਮਲੇ ਬਾਰੇ ਸਾਰੇ ਆਪਰੇਸ਼ਨ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ। ਸਰ, ਨੋ ਡਾਊਟ ਬਹੁਤ ਵੱਡੀ ਸਫਲਤਾ ਜਿਹੜੀ ਮਿਲੀ ਹੈ ਤੁਹਾਨੂੰ, ਪਰ ਇਹਦੀ ਇਨਪੁਟ ਕੀ ਸੀ, ਇਹਦੀ ਸਾਰਾ ਕਿਸ ਤਰ੍ਹਾਂ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ? ਇਹ ਅਸੀਂ ਜੀ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਕੀਤਾ ਸੀਗਾ, ਜਿਸ ਦੇ ਵਿੱਚ ਅਸੀਂ 5 AK-74 ਔਰ ਉਸਦੇ 10 ਮੈਗਜ਼ੀਨ, 200 ਰਾਊਂਡ, ਇੱਕ ਗਲੌਕ ਪਿਸਟਲ, 2 ਮੈਗਜ਼ੀਨ ਔਰ 20 ਰਾਊਂਡਸ ਬਰਾਮਦ ਕੀਤੇ ਸੀਗੇ। ਉਸੇ ਦੇ ਤਫਤੀਸ਼ ਦੇ ਵਿੱਚ ਜਿਹੜੇ 3 ਮੁਲਜ਼ਮ ਸਾਹਮਣੇ ਆਏ ਸੀਗੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਗੁਰਦਾਸਪੁਰੀਆ ਢਾਬਾ ਜੰਡਿਆਲਾ ਗੁਰੂ ਵਿਖੇ ਸਾਡੀਆਂ ਟੀਮਾਂ ਆਈਆਂ ਸੀਗੀਆਂ, ਕਿਉਂਕਿ ਬੰਦੇ ਜਿਹੜੇ ਸੀਗੇ ਇਹਨਾਂ ਬਾਰੇ ਇਨਪੁਟ ਸੀਗੀ ਕਿ ਇਹ ਬੰਦੇ ਡੇਂਜਰਸ ਨੇ, ਹਥਿਆਰ ਮਾਰੂ ਹਥਿਆਰ ਲੈ ਕੇ ਚੱਲਦੇ ਨੇ ਔਰ ਨੁਕਸਾਨ ਪਹੁੰਚਾ ਸਕਦੇ ਆ। ਸੀਨੀਅਰ ਅਫਸਰ ਸਾਹਿਬਾਨ ਏਡੀਜੀਪੀ ਐਸਟੀਐਫ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਔਰ ਆਈਜੀ ਸਰਦਾਰ ਬਲਕਾਰ ਸਿੰਘ ਸਿੱਧੂ ਇਹ ਵੀ ਨਾਲ ਆਏ ਸਨ। ਇਹਨਾਂ ਦੀ ਸੁਪਰਵਿਜ਼ਨ ਦੇ ਵਿੱਚ ਹੀ ਸਾਰਾ ਅਸੀਂ ਡਿਪਲੋਇਮੈਂਟ ਕੀਤੀ ਗਈ ਸੀਗੀ ਔਰ ਐਸਟੀਐਫ ਬਾਰਡਰ ਰੇਂਜ ਨੂੰ ਨਾਲ ਲਿਆ ਗਿਆ ਸੀਗਾ। ਥੋੜਾ ਕਲੀਅਰ ਕਰੋ ਕਿ ਜਿਹੜੇ ਵੈਪਨਸ ਆਏ ਸੀ ਇਹ ਪਾਕਿਸਤਾਨ ਤੋਂ ਆਏ ਸੀ? ਜੀ, ਇਹ ਵੈਪਨ ਜਿਹੜੇ ਪਾਕਿਸਤਾਨ ਤੋਂ ਹੀ ਆਏ ਸਨ ਜੀ। ਇਹਨਾਂ ਜੋ 3 ਜਣੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਵੱਲੋਂ ਉੱਥੋਂ ਲੈ ਕੇ ਅੱਗੇ ਕਿਤੇ ਡਿਲੀਵਰ ਕੀਤੇ ਜਾਣੇ ਸੀ? ਇਹ ਵੈਪਨ ਜਿਹੜੇ ਇਹਨਾਂ ਲੋਕਾਂ ਨਾਲ ਜਿਹੜੇ 3 ਬੰਦੇ ਅਸੀਂ ਕੱਲ੍ਹ ਗ੍ਰਿਫਤਾਰ ਕੀਤੇ ਇਹਨਾਂ ਨਾਲ ਹੀ ਐਸੋਸੀਏਟਡ ਸਨ, ਮਤਲਬ ਇਹੀ ਉਹਨਾਂ ਵੈਪਨਸ ਨੂੰ ਮੰਗਾਉਣ ਵਾਲੇ ਸਨ ਜਾਂ ਕੈਰੀ ਕਰਨ ਵਾਲੇ ਸਨ ਔਰ ਬਾਕੀ ਦਾ ਤਫਤੀਸ਼ ਸਾਹਮਣੇ ਆਏਗਾ ਇਹਨਾਂ ਨੇ ਫਰਦਰ ਕਿੱਥੇ ਲੈ ਕੇ ਜਾਣਾ ਸੀ ਜਾਂ ਕੀ ਕਰਨਾ ਸੀ। ਸਰ, ਇਹਨਾਂ ਦੇ ਹੋਰ ਵੀ ਕੋਈ ਸਾਥੀ ਨੇ ਕੁਛ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਵੱਲੋਂ ਕੋਈ ਆਪਣਾ ਜਿਹੜਾ ਨੈਕਸਸ ਚਲਾਇਆ ਜਾ ਰਿਹਾ ਸੀ, ਕੋਈ ਨਾਰਕੋ ਟੈਰਰਿਜ਼ਮ ਦੇ ਨਾਲ ਵੀ ਲਿੰਕ ਹੈ? ਦੇਖੋ, ਸਾਥੀਆਂ ਦੀ ਜਿਸ ਤਰ੍ਹਾਂ ਗੱਲ ਹੈ ਕਿ ਸਾਡੇ ਕੋਲ ਇਹ ਹੈ ਕਿ ਮੌਕੇ ਤੋਂ ਦੋ ਜਾਂ 3 ਆਦਮੀ ਜਿਹੜੇ ਉੱਥੋਂ ਮੌਕੇ ਤੋਂ ਭੱਜੇ ਨੇ, ਅਸੀਂ ਉਹਨਾਂ ਨੂੰ ਵੀ ਨੈਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਜਿੱਥੋਂ ਨਾਰਕੋ ਟੈਰਰਿਜ਼ਮ ਦੀ ਗੱਲ ਹੈ, ਇਸ ਕੇਸ ਦੇ ਵਿੱਚ ਜਿਹੜੀ ਇਨਪੁਟ ਸੀ ਇਹੀ ਸੀਗੀ ਕਿ ਹਥਿਆਰ ਐਂਡ ਨਾਰਕੋ ਦੋਨਾਂ ਦਾ ਕੰਮ ਕਰਦੇ ਆ। ਇਨਪੁਟ ਸਰ ਪੇ ਇਹ ਵੀ ਮਿਲੀ ਸੀ ਇਨਫੋਰਮੇਸ਼ਨ ਜੋ ਸਾਨੂੰ ਆਪਣੇ ਸੂਤਰਾਂ ਤੋਂ ਕਿਤੇ ਇਹਨਾਂ ਤੋਂ ਜੋ ਵੈਪਨਸ ਰਿਕਵਰ ਕੀਤੇ ਗਏ ਉਹਦੇ ਨਾਲ ਕੋਈ ਹੈਰੋਇਨ ਵੀ ਬਰਾਮਦ ਕੀਤੀ ਗਈ? ਨਹੀਂ, ਅਜੇ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਲੇਕਿਨ ਤਫਤੀਸ਼ ਦੇ ਦੌਰਾਨ ਹੋ ਸਕਦੀ ਹੈ, ਕਿਉਂਕਿ ਤਫਤੀਸ਼ ਦੇ ਦੌਰਾਨ ਹੀ ਗੱਲ ਸਾਹਮਣੇ ਆਏਗੀ। ਜੋ 3 ਅਰੈਸਟ ਹੋਏ ਸਰ, ਉਹਨਾਂ ਦੀ ਕੋਈ ਹਿਸਟਰੀ ਨਜ਼ਰ ਆ ਰਹੀ ਹੈ? ਜਿਹੜੇ 3 ਬੰਦੇ ਅਰੈਸਟ ਕੀਤੇ ਗਏ ਨੇ ਇਹਨਾਂ ਵਿੱਚੋਂ 2 ਦੇ ਉੱਪਰ ਪਹਿਲਾਂ FIR ਰਜਿਸਟਰਡ ਨੇ, ਇੱਕ ਦੇ ਉੱਪਰ 5 ਮੁਕੱਦਮੇ ਦਰਜ ਨੇ, 307 302 ਦੇ, ਔਰ ਦੂਸਰੇ ਵਿਅਕਤੀ ਦੇ ਵੀ 3 ਮੁਕੱਦਮੇ ਦਰਜ ਨੇ ਔਰ ਜਿਹੜਾ ਪਹਿਲਾ ਵਿਅਕਤੀ ਹੈ ਦੱਸਿਆ ਮੈਂ ਤੁਹਾਨੂੰ, ਜਿੱਤੇ 5 ਮੁਕੱਦਮੇ ਦਰਜ ਨੇ, ਉਹ 3 ਵਿੱਚ PO ਹੈ। ਰਿਮਾਂਡ 'ਚ ਕੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ? ਅਸੀਂ ਇੱਥੋਂ ਦਾ ਸਾਰਾ ਰੂਟ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ, ਸੋਰਸ ਕਿੱਥੇ ਸੀਗੇ, ਕਿਸ ਪਰਪਸ ਲਈ ਆਏ ਸੀਗੇ, ਉਹ ਸਾਰੀਆਂ ਚੀਜ਼ਾਂ, ਅਲਟੀਮੇਟ ਡੈਸਟੀਨੇਸ਼ਨ ਕੀ ਹੈ, ਉਹ ਸਾਰਾ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ ਵੈਰੀ ਮਚ ਸਰ। ਜਿਸ ਤਰ੍ਹਾਂ ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਨਜ਼ਰਾਂ ਸਾਰੀਆਂ ਹੁਣ ਰਿਮਾਂਡ ਤੇ ਰਹਿਣਗੀਆਂ, ਰਿਮਾਂਡ ਦੇ ਵਿੱਚ ਕਾਫੀ ਅਹਿਮ ਜਾਣਕਾਰੀਆਂ ਜਿਹੜੀਆਂ ਹਾਸਲ ਹੋਣ ਦੀ ਸੰਭਾਵਨਾ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਅੰਮ੍ਰਿਤਸਰ। 10 ਦਿਨਾਂ ਦੇ ਅੰਦਰ 2 ਵਾਰ ਹਥਿਆਰਾਂ ਦੀ ਖੇਪ ਬਰਾਮਦ ਹੋਣਾ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕਰਦਾ ਹੈ, ਪਰ ਕੀ ਇਹਨਾਂ ਦੋਵੇਂ ਮਾਮਲਿਆਂ ਦਾ ਆਪਸ ਵਿੱਚ ਕੋਈ ਸੰਬੰਧ ਹੈ ਜਾਂ ਨਹੀਂ, ਇਸ ਬਾਰੇ ਐਸਟੀਐਫ ਦੇ ਏਆਈਜੀ ਰਸ਼ਪਾਲ ਸਿੰਘ ਨਾਲ ਗੱਲਬਾਤ ਕੀਤੀ ਮੇਰੇ ਸਹਿਯੋਗੀ ਮਨਿੰਦਰ ਮੋਂਗਾ ਨੇ। ਜੰਡਿਆਲਾ ਗੁਰੂ ਵਿਖੇ ਜਿਹੜਾ ਜਲੰਧਰ ਰੋਡ ਤੇ ਆ, ਅੰਮ੍ਰਿਤਸਰ ਟੂ ਜਲੰਧਰ ਰੋਡ, ਉੱਥੇ ਸਾਨੂੰ ਇਨਪੁਟ ਸੀ ਕਿ ਜਿਹੜੇ ਉਹ ਕਨਸਾਈਨਮੈਂਟ ਵਾਲੇ ਜਿੰਨਾ ਰਿਸੀਵ ਕਰਨੀ ਸੀ ਉਹ ਬੰਦੇ ਜਿਹੜੇ ਉੱਥੇ ਆ ਰਹੇ ਆ ਔਰ ਉਹਨਾਂ ਨੇ ਸਿੱਧਾ ਫਾਇਰ ਜਿਹੜਾ ਹੈ ਉਹ ਸਾਡੇ ਚੀਫ ਸਾਹਿਬ ਵੱਲ, ADG ਸਾਹਿਬ ਵੱਲ ਕੀਤਾ ਤੇ ਸਾਡੇ ਚੀਫ ਸਾਹਿਬ ਨੇ ਵੀ ਅੱਗੋਂ ਜਿਹੜਾ ਹੈ ਜਵਾਬੀ ਫਾਇਰ ਕੀਤਾ, ਜਿਹਦੇ ਨਾਲ ਉਹ ਆਪਣਾ ਵੈਪਨ ਜਿਹੜਾ ਹੈ ਉਹ ਉਨੀ ਦੇਰ ਨੂੰ ਜਿਹੜਾ ਸਾਡੇ ਜਿਹੜੇ ਮੁਲਾਜ਼ਮ ਸੀ, ਸਾਡਾ ਸਟਾਫ ਜਿਹੜਾ ਸੀ, ਉਹਨਾਂ ਨੇ ਉਹਨਾਂ ਨੂੰ ਕਵਰ ਅਪ ਕਰ ਲਿਆ, ਫੜ ਲਿਆ, ਕਾਬੂ ਕਰ ਲਿਆ ਔਰ ਉਹਨਾਂ ਕੋਲੋਂ ਮੌਕੇ ਤੇ ਉਹਦੇ ਨਾਲ 2 ਹੋਰ ਸੀ ਜਿਨ੍ਹਾਂ ਕੋਲੋਂ 2 ਪਿਸਟਲ ਮਿਲੇ ਆ .30 ਦੇ ਔਰ 3 ਮੈਗਜ਼ੀਨ ਔਰ 64 ਜਿੰਦਾ ਕਾਰਟ੍ਰਿਜ ਜਿਹੜੇ ਹੈ ਉਹ ਰਿਕਵਰ ਹੋਏ ਆ। ਕੋਈ ਇਹਨਾਂ ਦੇ ਸਾਥੀ ਭੱਜਣ 'ਚ ਵੀ ਕਾਮਯਾਬ? ਹਾਂ, ਇਹਨਾਂ ਦੇ 2-3 ਸਾਥੀ ਸੀ ਜਿਹੜੇ ਭੱਜਣ 'ਚ ਕਾਮਯਾਬ ਹੋਏ ਆ, ਉਹਨਾਂ ਦੇ ਪਿੱਛੇ ਵੀ ਲੱਗੇ ਹੋਏ ਆ। ਸਰ, ਜਿਹੜੇ 3 ਬੰਦੇ ਫੜੇ ਗਏ ਇਹਨਾਂ ਦਾ ਕੀ ਰਿਕਾਰਡ ਹੈ, ਕੀ ਪਛਾਣ ਹੈ? ਇਹਨਾਂ ਦੇ ਵਿੱਚ ਜਿਹੜਾ ਮੇਨ ਸੁਖਰਾਜ ਆ ਇਹਦੇ ਖਿਲਾਫ ਪਹਿਲਾਂ ਹੀ 5 ਪਰਚੇ ਦਰਜ ਨੇ ਇਹ ਕ੍ਰਿਮੀਨਲ ਐਕਟੀਵਿਟੀ ਦੇ ਔਰ ਦੂਸਰਾ ਹੈਗਾ ਭੁਪਿੰਦਰ, ਇਹਦੇ ਖਿਲਾਫ ਵੀ 2 ਮੁਕੱਦਮੇ ਦਰਜ ਨੇ, ਤੀਸਰਾ ਹੈਗਾ ਰਾਜਪਾਲ, ਇਹਦਾ ਰਿਕਾਰਡ ਅਜੇ ਵੇਖਿਆ ਜਾ ਰਿਹਾ। ਅਲਟੀਮੇਟਲੀ ਇਹਨਾਂ ਦੇ ਰਿਕਾਰਡ ਜਿਹੜਾ ਹੈ ਉਹ ਕ੍ਰਿਮੀਨਲ ਰਿਕਾਰਡ ਸੀ ਮੰਨਦੇ। ਕੀ ਇਨਪੁਟ ਹੈ? ਇਹ ਵੈਪਨਸ ਪਾਕਿਸਤਾਨ ਤੋਂ ਆਏ ਸੀ? ਹਾਂਜੀ, ਪਾਕਿਸਤਾਨ ਤੋਂ ਆਏ ਸੀ। ਮਾਨਯੋਗ ਕੋਰਟ 'ਚ ਪੇਸ਼ ਕਰਨ ਜਾ ਰਹੇ ਆ ਔਰ ਇਹਨਾਂ ਦਾ ਰਿਮਾਂਡ ਲੈ ਕੇ ਤੇ ਇਹਨਾਂ ਨੂੰ ਥਾਰੋਲੀ ਜਿਹੜੀ ਹੈਗੀ ਆ ਉਹ ਇੰਟਰੋਗੇਸ਼ਨ ਕਰਾਂਗੇ ਔਰ ਫਰਦਰ ਜਿਹੜਾ ਹੈ ਜਜਮੈਂਟ ਕੀ ਹੈ ਕਿ ਇਹ ਕੋਈ ਟੈਰਰਿਸਟ ਐਕਟੀਵਿਟੀ ਵਾਸਤੇ ਵੈਪਨਸ ਇਹਨਾਂ ਨੇ ਮੰਗਵਾਏ ਸੀ? ਫਿਲਹਾਲ ਇਹੋ ਜਿਹੀ ਕੋਈ ਗੱਲ ਨਹੀਂ ਆਈ ਟੈਰਰਿਸਟ ਵਾਲੀ,
ਬਾਕੀ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ। ਦੇਖੋ ਕਿਹੋ ਜੀ ਗੱਲ ਅੱਗੇ ਐਡੀ ਵੱਡੀ ਗਿਣਤੀ 'ਚ ਇਹ ਕਿ 74 ਹੈ, 200 ਰਾਉਂਡਸ ਹੈ ਤੇ ਕਿਤੇ ਨਾ ਕਿਤੇ ਜੋ ਪਿਛਲੇ ਵੀ ਰਿਕਵਰੀਜ਼ ਹੋਈ ਹੈ ਇਹਨਾਂ ਦੀ ਆਪਸ 'ਚ ਕੋਈ ਕਨੈਕਸ਼ਨ ਨਜ਼ਰ ਆ ਰਿਹਾ ਹੈ ਜਾਂ ਡਰੋਨ ਦੇ ਨਾਲ ਵੀ ਵੈਪਨ ਆਏ ਪਿਛਲੇ ਸਮੇਂ ਦੌਰਾਨ, ਕੋਈ ਇਹਨਾਂ ਦਾ ਉਹਨਾਂ ਦੇ ਨਾਲ ਕਨੈਕਸ਼ਨ ਨਜ਼ਰ ਆ ਰਿਹਾ? ਨਹੀਂ, ਸਟਿਲ ਅਜੇ ਕੋਈ ਕਨੈਕਸ਼ਨ ਇਹੋ ਜਿਹਾ ਨਹੀਂ ਆਇਆ ਕਿਉਂਕਿ ਇਹ ਅਜੇ ਬੜੀ ਪ੍ਰੀਲਿਮਿਨਰੀ ਸਟੇਜ ਆ, ਇੱਥੇ ਅਜੇ ਕੁਝ ਨਹੀਂ ਕਹਿ ਸਕਦੇ। ਪਰ ਫਿਲਹਾਲ ਇਨਵੈਸਟੀਗੇਸ਼ਨ 'ਚ ਇਹਨਾਂ ਦਾ ਉਹਨਾਂ ਦੇ ਨਾਲ ਕੋਈ ਕਨੈਕਸ਼ਨ ਨਹੀਂ ਅਜੇ ਆਇਆ। ਤੁਸੀਂ ਕਦੋਂ ਅਦਾਲਤ 'ਚ ਪੇਸ਼ ਕਰਨਾ ਤੇ ਕੀ ਸੰਭਾਵਨਾ ਇਹਨਾਂ ਤੋਂ ਪੁੱਛਗਿੱਛ 'ਚ ਕੀ ਜਾਣਕਾਰੀ ਮਿਲ ਸਕਦੀ? ਇਹਨਾਂ ਨੂੰ ਅਸੀਂ ਮਹਾਲੀ ਜਿਹੜਾ ਹੈ ਉਹ ਪੇਸ਼ ਕਰ ਰਹੇ ਹਾਂ ਔਰ ਇਹਨਾਂ ਦਾ ਵੱਧ ਤੋਂ ਵੱਧ ਜਿਹੜਾ ਹੈਗਾ ਪੁਲਿਸ ਰਿਮਾਂਡ ਲਵਾਂਗੇ ਔਰ ਰਿਮਾਂਡ ਲੈ ਕੇ ਔਰ ਫਰਦਰ ਜਿਹੜੀ ਇਹ ਪੁੱਛਗਿੱਛ ਕਰਾਂਗੇ ਕਿਉਂਕਿ ਇਹਦੇ ਪਿੱਛੇ ਅਜੇ ਬਹੁਤ ਜ਼ਿਆਦਾ ਵੱਡੇ ਮਗਰਮੱਛ ਔਰ ਹੋਰ ਵੀ ਕਈ ਕੁਛ ਹੈਗਾ। ਇਹ ਬਹੁਤ ਵੱਡਾ ਨੈਟਵਰਕ ਹੈ ਜਿਹਨੂੰ ਜਿਹੜਾ ਉਹ ਬ੍ਰੇਕ ਕਰਨਾ ਹੈ। ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਣਾ, ਜਿਸ ਤੋਂ ਬਾਅਦ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਖਬਰ ਖਾਸ ਵਿੱਚ ਵੇਲਾ ਅਜੇ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਤੇ ਕੀ ਕਹਿੰਦੇ ਨੇ ਰੱਖਿਆ ਮਾਹਰ। ਪੰਜਾਬ ਵਿੱਚ ਪਾਕਿਸਤਾਨ ਤੋਂ ਆਏ ਹਥਿਆਰ ਬਰਾਮਦ ਹੋਣ ਦਾ ਸਿਲਸਿਲਾ ਕਈ ਦਿਨ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਅਤੇ ਸਭ ਤੋਂ ਪਹਿਲਾਂ ਇਸ ਦੇ ਲਈ ਜ਼ਰੀਆ ਬਣਾਇਆ ਗਿਆ ਸੀ ਡਰੋਨ ਨੂੰ। ਜੀ ਹਾਂ, 2 ਡਰੋਨ ਸਰਹੱਦ ਨੇੜਲੇ ਇਲਾਕਿਆਂ 'ਚੋਂ ਬਰਾਮਦ ਕੀਤੇ ਗਏ ਜੋ ਮੌਤ ਦਾ ਸਾਮਾਨ ਸਰਹੱਦ ਪਾਰ ਤੋਂ ਪੰਜਾਬ ਵਿੱਚ ਲਿਆਏ ਸਨ। ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਹੋਰ ਸਾਜ਼ਿਸ਼ ਬੇਨਕਾਬ। ਗ੍ਰਿਫਤਾਰ ਸ਼ੱਕੀ ਦੀ ਨਿਸ਼ਾਨਦੇਹੀ ਤੇ ਦੂਜਾ ਡਰੋਨ ਕੀਤਾ ਬਰਾਮਦ। ਅਟਾਰੀ ਵਿੱਚ ਸਰਹੱਦ ਨਾਲ ਲੱਗਦੇ ਪਿੰਡ ਮਹਾਵਾ ਦੀ ਇਸੇ ਥਾਂ ਤੋਂ ਬਰਾਮਦ ਕੀਤਾ ਗਿਆ ਉਹ ਦੂਜਾ ਡਰੋਨ ਜੋ ਪੰਜਾਬ ਵਿੱਚ ਤਬਾਹੀ ਮਚਾਉਣ ਦੇ ਮਕਸਦ ਨਾਲ ਹਥਿਆਰਾਂ ਸਣੇ ਸਰਹੱਦ ਪਾਰ ਤੋਂ ਭੇਜਿਆ ਗਿਆ ਸੀ। ਪਾਕਿਸਤਾਨੀ ਖੁਫੀਆ ਏਜੰਸੀ ISI ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੀ ਇਸ ਨਾਪਾਕ ਕੋਸ਼ਿਸ਼ ਨੂੰ ਇੱਕ ਵਾਰ ਫਿਰ ਨਾਕਾਮ ਕਰ ਦਿੱਤਾ ਗਿਆ। ਪੰਜਾਬ 'ਚ ਮੌਜੂਦ ਖਾਲਿਸਤਾਨੀ ਸ਼ੱਕੀ ਦਹਿਸ਼ਤਗਰਦ ਅਰਸ਼ਦੀਪ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਪੂਰੇ ਇਲਾਕੇ ਦੀ ਛਾਣਬੀਨ ਕਰ ਡਰੋਨ ਨੂੰ ਬਰਾਮਦ ਕੀਤਾ। ਜਿੱਥੇ ਡਰੋਨ ਇੱਥੇ ਦੂਸਰਾ ਜਿਹੜਾ ਡਰੋਨ ਦੱਸਿਆ ਜਾ ਰਿਹਾ, ਇੱਕ ਹੋਰ ਮੋਡਿਊਲ ਜਿਹੜਾ ਵਾਸਟ ਕੀਤਾ ਗਿਆ ਇਸ ਜਗ੍ਹਾ ਦੇ ਉੱਪਰ। ਅਰਸ਼ਦੀਪ ਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਦੂਸਰਾ ਸੀਗਾ ਡਰੋਨ ਇੱਥੇ ਜਿਹੜਾਗਾ ਛਪਾਇਆ ਸੀਗਾ। ਇੱਥੇ ਜਿਹੜਾਗਾ ਪੁਲਿਸ ਨੂੰ ਦੂਸਰਾ ਇੱਕ ਹੋਰ ਡਰੋਨ ਜਿਹੜਾਗਾ ਇੱਥੇ ਮਿਲਿਆ। ਇਸ ਬਰਾਮਦਗੀ ਦੇ ਨਾਲ ਹੀ ਹੁਣ ਪੰਜਾਬ ਪੁਲਿਸ ਪਾਕਿਸਤਾਨ ਵਾਲੇ ਪਾਸਿਓਂ ਭੇਜੇ ਗਏ ਕੁੱਲ 2 ਡਰੋਨ ਬਰਾਮਦ ਕਰ ਚੁੱਕੀ ਹੈ, ਜਿਸ ਵਿੱਚੋਂ ਇੱਕ ਨੂੰ ਅਰਸ਼ਦੀਪ ਵੱਲੋਂ ਸਾੜ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਦਕਿ ਦੂਜਾ ਪਿੰਡ ਮਹਾਵਾ 'ਚ ਲੁਕਾਇਆ ਗਿਆ ਸੀ। ਇਹ ਜਗ੍ਹਾ ਤੁਸੀਂ ਦੇਖ ਸਕਦੇ ਹੋ ਰੱਖਪੁਸੇ ਪਿੰਡ ਦੇ ਕੋਲ ਇਹ ਇੱਕ ਜਗ੍ਹਾ ਜਿਸ ਪਿੰਡ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਜਿਹੜੇ ਲੰਬੇ ਲੰਬੇ ਸਪੈਦਿਆਂ ਦੇ ਵਿੱਚੋਂ ਇੱਕ ਖਾਲੀ ਜਿਹੜਾ ਜਗ੍ਹਾ ਗਰਾਊਂਡ ਪਿਆ। ਇਸ ਜਗ੍ਹਾ ਦੇ ਉੱਪਰ ਪਹਿਲੀ ਖੇਪ ਜਿਹੜੀ ਹੈਗੀ ISI ਪਾਕਿਸਤਾਨ 'ਚ ਜਿਹੜੇ ਬੈਠੇ ਨੇ ਯਸ਼ ਦੇ ਮੁਹੰਮਦ ਦੇ ਬੰਦੇ ਅਤੇ ਉਹਨਾਂ ਵੱਲੋਂ ਤੇ ਦਹਿਸ਼ਤਗਰਦਾਂ ਨੂੰ ਪਹਿਲਾਂ ਇਸ ਜਗ੍ਹਾ ਦੇ ਉੱਪਰ ਭੇਜੀ ਗਈ ਸੀਗੀ। ਇਸ ਜਗ੍ਹਾ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਸ ਜਗ੍ਹਾ ਦੇ ਆਲੇ ਦੁਆਲੇ ਕੋਈ ਵੀ ਰਿਹਾਇਸ਼ੀ ਜਿਹੜਾ ਏਰੀਆ ਨਹੀਂ ਹੈ। ਖੇਤ ਨੇ, ਖੇਤਾਂ ਦੇ ਵਿੱਚ ਇਹ ਸਪੈਦਿਆਂ ਦੇ ਵਿੱਚ ਖਾਲੀ ਪਿਆ ਇੱਕ ਇਹ ਗਰਾਊਂਡ ਹੈ। 3 ਦਿਨਾਂ ਵਿੱਚ ਹੀ ਇਸ ਟੈਰਰ ਮੋਡਿਊਲ ਨੂੰ ਤੋੜਦੇ ਹੋਏ ਪੁਲਿਸ ਨੇ 2 ਬਰਾਮਦਗੀਆਂ ਦੇ ਨਾਲ ਕੁੱਲ 6 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਤੱਕ ਕਿੰਨੇ ਡਰੋਨ ਜਿਹੜੇ ਬਰਾਮਦ ਕੀਤੇ ਆ? ਇੱਕ ਪਹਿਲਾਂ ਫੜਿਆ ਹੋਇਆ ਡਰੋਨ ਜਿਹੜਾ ਸੀ ਉਹ ਇੱਕ ਜਿਹੜਾ ਇਹ ਕਿੱਥੋਂ ਬਰਾਮਦ ਕੀਤਾ ਹੈ ਦੂਜਾ ਡਰੋਨ ਜੀ? ਹੁਣ ਤੱਕ ਕਿੰਨੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਇਸ ਮਾਮਲੇ ਵਿੱਚ? ਹੁਣ 6 ਗ੍ਰਿਫਤਾਰੀਆਂ। 6 ਗ੍ਰਿਫਤਾਰੀਆਂ ਹੋ ਚੁੱਕੀਆਂ ਤੇ ਹੋਰ ਕੋਈ ਮਿਲਣ ਦੀ ਉਮੀਦ ਹੈ? ਹੋਰ ਕੋਈ ਹੋਰ ਵੀ? ਇਸ ਤੋਂ ਪਹਿਲਾਂ ਤਰਨਤਾਰਨ ਦੇ ਪਿੰਡ ਰਖਪੁਸੇ 'ਚ ਬੰਦ ਪਈ ਫੈਕਟਰੀ 'ਚ ਸੜਿਆ ਹੋਇਆ ਡਰੋਨ ਬਰਾਮਦ ਹੋਇਆ ਸੀ। PDC ਨਿਊਜ਼ ਦੀ ਟੀਮ ਜਦੋਂ ਇਸ ਫੈਕਟਰੀ 'ਚ ਪਹੁੰਚੀ ਤਾਂ ਉੱਥੇ ਉਹ ਦਸਤਾਨੇ ਅਜੇ ਵੀ ਮੌਜੂਦ ਸਨ ਜਿਨ੍ਹਾਂ ਦਾ ਇਸਤੇਮਾਲ ਸਬੂਤ ਨਸ਼ਟ ਕਰਨ ਦੌਰਾਨ ਕੀਤਾ ਗਿਆ ਸੀ। ਤਰਨਤਾਰਨ ਦੇ ਝਪਾਲ ਦੇ ਵਿੱਚ ਅਸੀਂ ਉਸ ਫੈਕਟਰੀ ਦੇ ਵਿੱਚ ਉਸ ਸੈਲਰ ਦੇ ਵਿੱਚ ਮੌਜੂਦ ਹਾਂ ਜਿੱਥੇ ਅਰਸ਼ਦੀਪ ਜਿਹੜਾ ਕਿ ਹਥਿਆਰ ਛੁਪਾ ਕੇ ਰੱਖਦਾ ਸੀਗਾ ਤੇ ਜਿੱਥੇ ਅਰਸ਼ਦੀਪ ਵੱਲੋਂ ਇਸ ਸੈਲਰ ਦੇ ਵਿੱਚ ਜੋ ਡਰੋਨ ਸੀਗਾ ਉਹਨੂੰ ਨਸ਼ਟ ਕੀਤਾ ਗਿਆ ਸੀਗਾ। ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਇਸ ਜਗ੍ਹਾ ਦੇ ਉੱਪਰ ਜੋ ਹੈ ਅਰਸ਼ਦੀਪ ਵੱਲੋਂ ਇਸ ਜਗ੍ਹਾ ਦੇ ਉੱਪਰ ਡਰੋਨ ਨੂੰ ਨਸ਼ਟ ਕਰਨ ਵਾਸਤੇ ਇਸ ਜਗ੍ਹਾ ਦੇ ਉੱਪਰ ਅੱਗ ਜਿਹੜੀ ਹੈਗੀ ਲਗਾਈ ਗਈ ਸੀਗੀ ਤੇ ਇਹ ਦੇ ਨਾਲ ਹੀ ਉਹ ਕਮਰਾ ਤੁਸੀਂ ਦੇਖ ਸਕਦੇ ਹੋ। ਉਸ ਕਮਰੇ ਦੇ ਵਿੱਚ ਦੱਸਿਆ ਜਾ ਰਿਹਾ ਖੇਪ ਜਿਹੜੀ ਆਈ ਸੀਗੀ ਹਥਿਆਰਾਂ ਦੀ AK-47 ਤੇ ਹੋਰ ਜਿਹੜਾ ਸਮਾਨ ਜਿਹੜਾ ਬਾਹਰੋਂ ਆਇਆ ਸੀਗਾ ਪਾਕਿਸਤਾਨ ਤੋਂ ਆਇਆ ਸੀਗਾ ਉਹ ਇਸ ਜਗ੍ਹਾ ਉੱਪਰ ਛੁਪਾ ਕੇ ਅਰਸ਼ਦੀਪ ਨੇ ਰੱਖਿਆ ਹੋਇਆ ਸੀਗਾ ਜਿੱਥੋਂ ਪੁਲਿਸ ਨੇ ਇੱਥੇ ਇਸ ਜਗ੍ਹਾ ਦੇ ਉੱਪਰੋਂ ਰਿਕਵਰ ਕੀਤਾ ਹੈਗਾ। ਇਹ ਵੀ ਦੱਸ ਦਈਏ ਕਿ ਜਿਹੜੇ ਪਾਕਿਸਤਾਨੀ ਹੈਂਡਲਰਸ ਨੇ ਉਹ ਇਹ ਵੀ ਜਿਹੜਾ ਹੈਗਾ ਉਹਨੂੰ ਹਦਾਇਤ ਦਿੰਦੇ ਸੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਬੂਤ ਜਿਹੜਾ ਨਾ ਰਹੇ। ਇਸ ਕਰਕੇ ਅਰਸ਼ਦੀਪ ਨੂੰ ਜਿਹੜੇ ਇਹ ਦਸਤਾਨੇ ਆ ਤੁਸੀਂ ਦੇਖ ਸਕਦੇ ਗਲਵਸ ਜਿਹੜੇ ਪਏ ਨੇ ਇਹ ਗਲਵਸ ਪਾ ਕੇ ਜਿਹੜਾ ਹੈਗਾ ਉਹਨੂੰ ਜਿਹੜੀ ਹੈਗੀ ਡਰੋਨ ਨੂੰ ਉਹਨਾਂ ਨੇ ਅੱਗ ਲਗਾਈ ਹੈ। ਇਸ ਡਰੋਨ ਦੀ ਚਾਈਨੀਜ਼ ਬੈਟਰੀ ਅਤੇ ਲੋਹੇ ਦਾ ਸਾਮਾਨ ਸ਼ੱਕੀ ਅਰਸ਼ਦੀਪ ਵੱਲੋਂ
ਤਰਨਤਾਰਨ ਨੇੜੇ ਹੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਉਸ ਸਾਮਾਨ ਨੂੰ ਵੀ NIA ਦੀ ਟੀਮ ਨੇ ਜ਼ਬਤ ਕਰ ਲਿਆ। ਜਿਸ ਖੇਤ ਚੋਂ ਪੁਲਿਸ ਨੇ ਦੂਜਾ ਡਰੋਨ ਬਰਾਮਦ ਕੀਤਾ, ਉੱਥੋਂ ਦੀ ਮਿੱਟੀ ਵੀ ਪੁਲਿਸ ਵੱਲੋਂ ਪੁੱਟ ਕੇ ਲਿਜਾਈ ਗਈ ਹੈ, ਪਰ ਉਸ ਦੀ ਕੀ ਵਜ੍ਹਾ ਹੈ, ਇਹ ਸਵਾਲ ਖੇਤ ਦੇ ਮਾਲਕ ਵੱਲੋਂ ਪੁੱਛਿਆ ਜਾ ਰਿਹਾ ਹੈ। ਕਿੰਨੀਆਂ ਟਰਾਲੀਆਂ ਲੈ ਕੇ ਜੀ? 4 ਟਰਾਲੀਆਂ 4 ਟਰਾਲੀਆਂ 4 ਟਰਾਲੀਆਂ ਮਿੱਟੀ ਖੜੀ ਆ। ਇਹ ਹੋ ਰਹੀ ਹੈ। ਪਰ ਇਹਦਾ ਮਸਲਾ ਸਾਨੂੰ ਉੱਥੋਂ ਲੈ ਕੇ ਵੇਖੋ, ਉੱਥੋਂ ਲੈ ਕੇ ਸਾਰੀ ਮਿੱਟੀ ਪੁੱਟ ਕੇ ਖੜੀ ਆ, ਕੋਈ ਘੱਟੋ ਘੱਟ 20 ਫੁੱਟ ਚੌੜੀ ਤੇ ਐਡੀ ਉਹ ਝੋਨੇ ਦੀ ਵੱਟ ਤੱਕ ਖੜੀ ਆ। ਪਰ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਵੀ ਕੀ ਬਣਿਆ ਕੀ ਨਹੀਂ, ਕਾਹਦੇ ਵਾਸਤੇ ਮਿੱਟੀ ਖੜੀ, ਸਾਨੂੰ ਕੋਈ ਪਤਾ ਨਹੀਂ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਨੇ ਕਬੂਲ ਕੀਤਾ ਹੈ ਕਿ ਇਹ ਡਰੋਨ ਪਾਕਿਸਤਾਨ ਤੋਂ ਹਥਿਆਰ ਲੈ ਕੇ ਆਏ ਸਨ, ਜਿਨ੍ਹਾਂ ਨੂੰ ਕਸ਼ਮੀਰ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਜਾਣਾ ਸੀ, ਅਤੇ ਜੇ ਹਥਿਆਰ ਕਸ਼ਮੀਰ ਨਾ ਪਹੁੰਚਦੇ ਤਾਂ ਇਹਨਾਂ ਦੀ ਵਰਤੋਂ ਦਿੱਲੀ ਜਾਂ ਪੰਜਾਬ 'ਚ ਕੀਤੀ ਜਾਂਦੀ। ਭਾਰਤ ਨੂੰ ਤੋੜਨ ਦੀਆਂ ਨਾਪਾਕ ਸਾਜ਼ਿਸ਼ਾਂ ਕਰਨ ਵਾਲੇ ਸਰਹੱਦ ਪਾਰ ਬੈਠੇ ਦੁਸ਼ਮਣਾਂ ਲਈ ਇਹ ਵੱਡੀ ਨਾਕਾਮੀ ਹੈ। ਪਰ ਜਿਸ ਤਰ੍ਹਾਂ ਇੱਕ 22 ਸਾਲ ਦੇ ਨੌਜਵਾਨ ਬ੍ਰੇਨ ਵਾਸ਼ ਕਰ ਉਸ ਦੇ ਮੁਲਕ ਦੇ ਖਿਲਾਫ ਦਹਿਸ਼ਤਗਰਦੀ ਸਾਜ਼ਿਸ਼ਾਂ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਦੇ ਨਾਲ ਏਜੰਸੀਆਂ ਲਈ ਚੁਣੌਤੀ ਜ਼ਰੂਰ ਖੜੀ ਕਰ ਦਿੱਤੀ ਹੈ। ਤਰਨਤਾਰਨ ਤੋਂ ਪਵਨ ਸ਼ਰਮਾ ਦੇ ਨਾਲ ਦਲਜੀਤ ਸਿੰਘ, PTC ਨਿਊਜ਼, ਤਰਨਤਾਰਨ। ਪੰਜਾਬ ਵਿੱਚ ਲਗਾਤਾਰ ਬਰਾਮਦ ਹੋ ਰਹੇ ਪਾਕਿਸਤਾਨੀ ਹਥਿਆਰ ਗੁਆਂਢੀ ਮੁਲਕ ਦੀ ਬੌਖਲਾਹਟ ਦਿਖਾਉਂਦੇ ਨੇ, ਪਰ ਪਾਕਿਸਤਾਨ ਦੀਆਂ ਇਹਨਾਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਹੋਰ ਜ਼ਿਆਦਾ ਅਲਰਟ ਹੋਣ ਦੀ ਲੋੜ ਹੈ। ਇਹ ਕਹਿਣਾ ਹੈ ਰੱਖਿਆ ਮਾਹਿਰ ਰਿਟਾਇਰਡ ਮੇਜਰ ਜਨਰਲ PK ਸਹਿਗਲ ਦਾ। ਪੰਜਾਬ ਨੂੰ ਆਤੰਕ ਦੀ ਸਾਜ਼ਿਸ਼ ਨਾਲ ਲਗਾਤਾਰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਡਰੋਨ ਦੇ ਰਾਹੀਂ ਹਥਿਆਰ ਸੁੱਟੇ ਗਏ ਤੇ ਫਿਰ ਹੁਣ ਇੱਕ ਵਾਰੀ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਕਹਿਣ ਨੂੰ ਤੇ ਨਸ਼ਾ ਤਸਕਰ ਨੇ, ਲੇਕਿਨ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਹੋਇਆ। ਮੇਰੇ ਨਾਲ ਰੱਖਿਆ ਮਾਹਿਰ PK सैगल साहब मौजूद ने, मेजर जनरल रिटायर्ड ने, फौज के बड़े अफसर रहे हैं। सर, कैसे देखते हैं इन चीज़ों को कि ड्रोन से पहले पाकिस्तान हथियार भेजता है, एक नई तकनीक की ईजाद करने की कोशिश की जा रही है पंजाब को डिस्टर्ब करने के लिए? देखो, पाकिस्तान को साफ तौर पर पता है कि कश्मीर की लड़ाई हिंदुस्तान से हार गया है। हिंदुस्तान ने एक किस्म से फोकस ही शिफ्ट कर दिया है। अभी कश्मीर फोकस में रहा ही नहीं, अभी फोकस में POK और बातचीत हो रही है POK की वापसी। और इमरान खान कम्प्लीटली बैकफुट पर है, आतंकवादी बैकफुट पर है, उसकी सरकार ISI बैकफुट पर है। उनको साफ तौर पे नज़र आ रहा है कि आज वो दुनिया में बिल्कुल अलग थलग हो गए हैं, डिप्लोमेटिकली, पॉलिटिकली, इकोनॉमिकली उनके साथ कोई भी नहीं। यहाँ तक कि GCC कंट्रीज जो मुस्लिम कंट्रीज़ हैं वो भी उनके साथ नहीं खड़ी हो रही। जो उनके घनिष्ठ मित्र थे जैसे सऊदी अरेबिया, UAE भी, वो भी आज हिंदुस्तान के साथ में है। ऐसे में उनको लगता है कि अगर उन्होंने इस जंग को आगे ले जाना है तो एक किस्म से खालिस्तान मूवमेंट को दोबारा रिवाइव की जाए। तो क्या ये माना जाए सर कि पंजाब को सॉफ्ट टारगेट के तौर पे पाकिस्तान देख रहा है? पाकिस्तान को लगता है कि कश्मीर के मुकाबले पंजाब सॉफ्ट है। उनको लगता है कि जो उनके कुछ टेररिस्ट, उनके जो सिंपथाइजर्स पाकिस्तान में छुपे हुए हैं, वो हिंदुस्तान के युवकों को या हिंदुस्तान के जो बेसिकली जनरेशन नेक्स्ट जो पंजाब की है उसको रेडिकलाइज करने में सक्सेसफुल हो सकते हैं। लेकिन साफ तौर पे उनको ये भी नज़र आना चाहिए कि सरकार जो है बड़ी स्ट्रॉन्ग है, किसी प्रकार से पाकिस्तान की कोई भी साजिश जो है पंजाब में सक्सेसफुल नहीं हो सकती। लेकिन वो हार तो मानने के लिए तैयार नहीं, बखलाया हुआ है, बैकफुट पर है, पूरी कोशिश करता रहेगा कि किसी न किसी तरीके से पंजाब में कुछ बड़े हादसों को अंजाम दे, ताकि उसके माध्यम से कश्मीरी वालों को भी कुछ हौसला बढ़े। लेकिन जनरल साहब, आपने बड़ा लंबा समय फौज में निकाला, कभी देखा कि ड्रोन से इस तरीके से हथियार आ रहे हों या ड्रोन से इस तरह की हरकतें की जा रही हों? क्या देखते हैं इसको? ये ड्रोन एक नई टेक्नोलॉजी है जिसमें कम खर्चे के ऊपर, इट्स नॉट अ हाई रिस्क एट ऑल, क्योंकि अगर आपका ड्रोन मारा भी जाए तो हवाई जहाज की कीमत 1/10 कीमत है, कोई पायलट नहीं मारा जाता। और ये पाकिस्तान को आइडिया मिला है जब उन्होंने देखा है कि हाउथीज़ ईरान की मदद से उन्होंने जो अरामको के ऊपर 50% उसका ऑयल प्रोडक्शन बंद कर दिया है, तो उससे उनको साफ तौर पे लगता है कि वो भी इस टेक्नोलॉजी को क्यों ना अपनाएं। अगर आपको याद होगा जब बालाकोट स्ट्राइक हमने की, तो बालाकोट स्ट्राइक के बाद में चाइना ने उनको 64 ड्रोन्स दिए जो हाई क्वालिटी ड्रोन्स हैं, उन्हीं का वो इस्तेमाल कर रहे हैं। मैं यकीनन कह सकता हूँ इसमें की सक्सेस नहीं मिलेगी। बिल्कुल। ये साडे नाल सन रिटायर्ड मेजर जनरल PK सैगल। कैमरा पर्सन जगदीश के नाल हरप्रीत सिंह, PTC न्यूज़ दिल्ली। साड़ी इस खास पेशकश में इतना ही, इजाजत दो, धन्यवाद।